ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਬੀਜੇਪੀ ਦੀ। ਗੁਰਨਾਮ ਸਿੰਘ ਚੜੂੰਨੀ ਹਰਿਆਣਾ ਦੇ ਵਿੱਚ ਵੱਡੇ ਕਿਸਾਨ ਲੀਡਰ ਨੇ। ਉਹਨਾਂ ਦਾ ਇਹ ਕਹਿਣਾ ਸੀ ਕਿ ਜੇਕਰ ਹਰਿਆਣਾ ਵਿਧਾਨ ਸਭਾ ਦੇ ਵਿੱਚ ਬੇਭਰੋਸਗੀ ਮਤਾ ਪਾਸ ਹੋ ਜਾਂਦਾ ਫਿਰ ਤਾਂ ਲੋਕਾਂ ਦੀ ਜਿਹੜੀ ਉਹ ਜਿੱਤ ਹੋਏਗੀ, ਪਰ ਜੇਕਰ ਬੇਭਰੋਸਗੀ ਮਤਾ ਪਾਸ ਨਹੀਂ ਹੁੰਦਾ ਤਾਂ ਬੀਜੇਪੀ ਦੇ ਜਿਹੜੇ ਹਮਾਇਤੀ ਹੋਣਗੇ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਡਿੱਗ ਜਾਣਗੇ। ਭਾਵ ਕਿ ਸਰਕਾਰ ਦੇ ਉਹ ਕਹਿੰਦੇ ਸੀ ਕਿ ਜਾਂ ਤਾਂ ਸਰਕਾਰ ਡਿੱਗੇਗੀ ਜਾਂ ਇਹ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗਣਗੇ। ਬੇਭਰੋਸਗੀ ਮਤਾ ਪਾਸ ਨਹੀਂ ਹੋਇਆ, ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਬੀਜੇਪੀ ਨੂੰ ਲੈ ਕੇ ਕਿਸਾਨਾਂ ਨੂੰ ਹੋਰ ਅੱਗੇ ਕਿਸ ਤਰ੍ਹਾਂ ਦਾ ਐਕਸ਼ਨ ਜਿਹੜਾ ਪਲਾਨ ਕਰਨਾ ਚਾਹੀਦਾ। ਜਿਸ ਢੰਗ ਦਾ ਐਲਾਨ ਕੀਤਾ ਗਿਆ ਸੀ, ਪਹੁੰਚ ਕੀਤੀ ਗਈ ਸੀ ਵਿਧਾਇਕਾਂ ਤੱਕ, ਲੋਕਾਂ ਤੱਕ ਪਹੁੰਚਾਇਆ ਗਿਆ ਸੀਗਾ, ਪਰ ਉਹ ਜਿਹੜਾ ਇੱਕ ਉਮੀਦ ਜਤਾਈ ਜਾ ਰਹੀ ਸੀ ਕਿ ਸ਼ਾਇਦ ਹਰਿਆਣੇ ਸਰਕਾਰ ਡਿੱਗ ਪੈਣੀ ਹੈ, ਕਿਸਾਨਾਂ ਦਾ ਦਬਾਅ ਇੰਨਾ ਉਹ ਮੁਮਕਿਨ ਨਹੀਂ ਹੋਇਆ। ਇਸ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਇਸ ਸਭ ਉੱਤੇ ਗੱਲਬਾਤ ਕਰਨ ਲਈ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ। ਸੁਖਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ, ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਵਿੱਚ ਸਵੇਰ ਤੋਂ ਸ਼ੁਰੂ ਹੋਈ ਕਾਰਵਾਈ ਕਈ ਘੰਟਿਆਂ ਤੱਕ ਚੱਲੀ ਤੇ ਉੱਥੇ ਬੇਭਰੋਸਗੀ ਮਤੇ ਨੂੰ ਲੈ ਕੇ ਕਾਂਗਰਸ ਨਾਲ ਕਈ ਥਾਵਾਂ ਦੇ ਉੱਤੇ ਰੌਲਾ ਰੱਪਾ ਵੀ ਬੜਾ ਪਿਆ। ਜਦੋਂ ਇੱਕ ਦੂਜੇ ਨੂੰ ਸੰਬੋਧਨ ਉੱਥੇ ਕੀਤਾ ਗਿਆ ਸਦਨ ਦੇ ਵਿੱਚ, ਜਿਵੇਂ ਕਿਸੇ ਨੂੰ ਸਮਾਂ ਮਿਲਿਆ। ਬੇਭਰੋਸਗੀ ਮਤਾ ਕਿਸ ਤਰ੍ਹਾਂ ਦਾ ਰਿਹਾ, ਉਹਦੇ ਉੱਤੇ ਦੱਸੋਗੇ ਕਿੰਨੀ ਕੁ ਵੋਟਿੰਗ ਹੋਈ, ਕੀ ਕੁਝ ਹੋਇਆ, ਅੱਗੇ ਕੀ ਕੁਝ ਕਰਨਾ? ਸੁਖਵਿੰਦਰ ਜੀ, ਜਿੱਥੋਂ ਤੱਕ ਹਰਿਆਣੇ ਦੀ ਵੋਟਿੰਗ ਦਾ ਸੰਬੰਧ ਹੈ ਉਹਦੇ ਵਿੱਚ ਇਹੀ ਹੋਇਆ ਕਿ ਬੀਜੇਪੀ ਕੋਲੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜੇਜੇਪੀ ਨਾਲ ਮਿਲ ਕੇ ਮੈਜੋਰਟੀ ਉਹਨਾਂ ਨੇ ਬਣਾਈ ਸੀਗੀ, ਔਰ ਕਾਂਗਰਸ ਨੂੰ ਪਿਛਲੇ ਲੰਬੇ ਸਮੇਂ ਤੋਂ ਇਹ ਉਮੀਦ ਸੀ ਕਿ ਜੇਜੇਪੀ ਸ਼ਾਇਦ ਬੀਜੇਪੀ ਦੀ ਜਿਹੜੀ ਪੌੜੀ ਉਹਨਾਂ ਨੇ ਚੜਾਈ ਸੀ, ਬੀਜੇਪੀ ਨੂੰ ਉੱਪਰ ਚਾੜਿਆ ਸੀਗਾ, ਸੱਤਾ ਹਾਸਲ ਕੀਤੀ ਸੀ, ਵੀ ਸ਼ਾਇਦ ਉਹ ਖਿੱਚੀ ਜਾਏਗੀ। ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਉਹਨਾਂ ਦੀ ਇਹ ਜਿਹੜੀ ਕੋਸ਼ਿਸ਼ ਸੀ ਉਹ ਕਾਮਯਾਬ ਨਹੀਂ ਹੋ ਸਕੀ। ਸੋ ਇਸ ਕਰਕੇ ਜਿਹੜਾ ਹੈਗਾ ਇਹ ਮਤਾ ਜਿਹੜਾ ਹੈਗਾ ਇਹ ਬੀਜੇਪੀ ਦੇ ਹੱਕ 'ਚ ਔਰ ਜੇਜੇਪੀ ਦੇ ਹੱਕ 'ਚ ਚਲਾ ਗਿਆ। ਸੋ ਇਸ ਕਰਕੇ ਜਿਵੇਂ ਤੁਸੀਂ ਚੜੂੰਨੀ ਜੀ ਦੀ ਗੱਲ ਕੀਤੀ ਹੈ, ਚੜੂੰਨੀ ਜੀ ਨੇ ਬਹੁਤ ਜ਼ੋਰ ਲਾਇਆ। ਹੋਰ ਵੀ ਜਿਹੜੀਆਂ ਖਾਪ ਪੰਚਾਇਤਾਂ ਨੇ ਜਾਂ ਮਹਾਂ ਪੰਚਾਇਤਾਂ ਹਰਿਆਣੇ ਦੇ ਵਿੱਚ ਨੇ, ਜਿਨ੍ਹਾਂ ਨੇ ਲਗਾਤਾਰ ਪਿੰਡਾਂ ਦੇ ਵਿੱਚ ਬੋਰਡ ਵੀ ਲਾਏ ਕਿ ਬੀਜੇਪੀ ਵਾਲਿਆਂ ਨੂੰ ਜਾਂ ਜੇਜੇਪੀ ਵਾਲਿਆਂ ਨੂੰ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ, ਉਹਨਾਂ ਦੇ ਲੀਡਰਾਂ ਨੂੰ, ਉਹਨਾਂ ਦੇ MLA ਸਾਹਿਬਾਨ ਨੂੰ, ਤਾਂ ਉਹ ਲਗਾਤਾਰ ਇੱਕ ਸੰਘਰਸ਼ ਹਰਿਆਣੇ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸੀਗਾ। ਔਰ ਉੱਥੋਂ ਉਮੀਦ ਕਾਂਗਰਸ ਨੂੰ ਵੀ ਇਹੀ ਲੱਗਦੀ ਸੀ ਕਿ ਸ਼ਾਇਦ ਪ੍ਰੈਸ਼ਰ ਜਿਹੜਾ ਹੈਗਾ ਉਹ ਬਣੇਗਾ। ਪਰ ਮੈਨੂੰ ਲੱਗਦਾ ਕਿ ਹਜੇ ਹੋਰ ਲੋੜ ਹੈ, ਹਜੇ ਹੋਰ ਜ਼ਿਆਦਾ ਪ੍ਰੈਸ਼ਰ ਮਨਾਉਣ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਸਾਨਾਂ ਨੂੰ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਹੈ ਕਿ ਇਹ ਬੀਜੇਪੀ ਸਰਕਾਰ ਟੁੱਟੇਗੀ ਨਹੀਂ, ਟੁੱਟੇਗੀ ਜ਼ਰੂਰ, ਪਰ ਉਹਨੂੰ ਕੁਝ ਨਾ ਕੁਝ ਸਮਾਂ ਜਿਹੜਾ ਹੈਗਾ ਹੋਰ ਲੱਗੇਗਾ। ਇਹਦਾ ਮਤਲਬ ਇਹੀ ਹੈ ਕਿ ਆਉਣ ਵਾਲਾ ਸਮਾਂ ਬੀਜੇਪੀ ਲਈ ਔਰ ਜੇਜੇਪੀ ਲਈ ਹਰਿਆਣੇ ਦੇ ਵਿੱਚ ਕਾਫੀ ਚੁਣੌਤੀਆਂ ਭਰਿਆ ਜਿਹੜਾ ਸਮਾਂ ਹੋਏਗਾ, ਕਿਉਂਕਿ ਜਿਹੜੇ ਕਿ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਅੰਦੋਲਨ ਔਰ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਜਦੋਂ ਇਹ ਗਿਆ ਤਾਂ ਲਾਜ਼ਮੀ ਤੌਰ 'ਤੇ ਅਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਸੀਗੇ ਉਹ ਵਹੀਰਾਂ ਕੱਤ ਕੇ ਦਿੱਲੀ ਪਹੁੰਚੇ ਔਰ ਉਹਨਾਂ ਨੇ ਪੂਰੇ ਇਸ ਸੰਘਰਸ਼ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਅੱਜ ਵੀ ਲੈ ਰਹੇ ਨੇ ਹਰਿਆਣੇ ਦੇ ਕਿਸਾਨ ਵੱਧ ਚੜ੍ਹ ਕੇ। ਸਗੋਂ ਜੇ ਆਪਾਂ ਪੰਜਾਬ ਤੋਂ ਬਾਅਦ ਗਿਣਤੀ ਦੇ ਪੱਖੋਂ ਦੇਖੀਏ ਤਾਂ ਸਭ ਤੋਂ ਵੱਧ ਹਰਿਆਣੇ ਦੀ ਜਿਹੜੇ ਕਿਸਾਨ ਨੇ ਜਾਂ ਮਜ਼ਦੂਰ ਨੇ ਉਹ ਇਹਦੇ ਵਿੱਚ ਹਿੱਸਾ ਲੈ ਰਹੇ ਨੇ। ਔਰ ਕਾਂਗਰਸ ਦੀ ਵੀ ਇਹ ਗੱਲ ਠੀਕ ਸੀਗੀ ਕਿ ਸ਼ਾਇਦ ਜਿਹੜੇ ਨੇ ਜੇਜੇਪੀ ਵਾਲੇ ਉਹਨਾਂ ਦੇ ਨਾਲ ਆਉਣਗੇ, ਪਰ ਉਹਨਾਂ ਦੇ ਨਾਲੋਂ ਜੇਜੇਪੀ ਨਾਲੋਂ ਜਿਹੜੇ ਬਿਲਕੁਲ ਆਜ਼ਾਦ ਵਿਧਾਇਕ ਸੀਗੇ, ਦੋ ਜਿਹੜੇ ਸੀਗੇ ਉਹੋ ਹੀ ਨਾਲ ਰਲੇ ਨੇ, ਔਰ ਬਹੁਤਾ ਉਹਨਾਂ ਨੂੰ ਸਮਰਥਨ ਬਾਕੀ ਵਿਧਾਇਕਾਂ ਦਾ ਨਹੀਂ ਮਿਲਿਆ। ਡਾਕਟਰ ਸਾਹਿਬ, ਜਿਸ ਢੰਗ ਦੇ ਨਾਲ ਜੇਜੇਪੀ ਦੇ ਇੱਕ ਵਿਧਾਇਕ ਨੇ ਜਿਨ੍ਹਾਂ ਨੇ ਕਿਹਾ ਕਿ ਜੇ 15 ਦਿਨਾਂ ਤੱਕ ਕੋਈ ਫੈਸਲਾ ਨਹੀਂ ਹੋਇਆ, ਇੱਕ ਤਾਂ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਬੋਲਣ ਨਹੀਂ ਦਿੱਤਾ ਗਿਆ, ਪਹਿਲਾਂ ਹੀ ਉਹ ਕਹਿ ਚੁੱਕੇ ਸੀਗੇ ਕਿ ਸਾਨੂੰ ਸੋਚਣਾ ਪੈਣਾ, ਲੋਕ ਸਾਨੂੰ ਬਾਹਰ ਨਹੀਂ ਨਿਕਲਣ ਦਿੰਦੇ ਜਿਸ ਢੰਗ ਦੇ ਨਾਲ ਵਿਰੋਧ ਹੋ ਰਿਹਾ, ਤੇ ਦੂਜਾ ਉਹਨਾਂ ਨੇ ਕਿਹਾ ਕਿ ਜੇ 15 ਦਿਨਾਂ ਤੱਕ ਕੋਈ ਫੈਸਲਾ ਨਹੀਂ ਹੁੰਦਾ ਤੇ ਜਿਹੋ ਜਿਹਾ ਮੈਨੂੰ ਬੋਲਣ ਨਹੀਂ ਦਿੱਤਾ ਗਿਆ, ਕਹਿੰਦੇ ਸਦਨ ਦੇ ਵਿੱਚ, ਮੈਂ ਅਸਤੀਫਾ ਵੀ ਦੇ ਦੇਣਾ। ਤਾਂ ਮਤਲਬ ਕਿ ਅੰਦਰੂਨੀ ਜਿਹੜੀ ਬਗਾਵਤ ਹੈ ਉਹ ਹੋਰ ਤੇਜ਼ ਅੱਗੇ ਜਾ ਕੇ ਪ੍ਰਬਲ ਹੋ ਸਕਦੀ ਹੈ। ਬੀਜੇਪੀ ਨੂੰ ਇਹਦਾ ਖਾਮਿਆਜ਼ਾ ਖੱਟਰ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਹਰਿਆਣੇ ਦੇ ਵਿੱਚ ਕਿਹਾ ਕਿ ਕਾਂਗਰਸ ਇਸ ਗੱਲ ਦੇ ਸੁਪਨੇ ਲੈਣੇ ਛੱਡ ਦੇ ਕਿ ਉਹ ਸੱਤਾ ਦੇ ਵਿੱਚ ਆ ਜਾਏਗੀ। ਇਹ ਸਿਆਸੀ ਕਿੱਦਾਂ ਦੇਖਦੇ ਹੋ ਕਿ ਸਿਆਸੀ ਮੈਦਾਨ ਤਿਆਰ ਕਰਨ ਦੀ ਕੋਸ਼ਿਸ਼ ਕਿਸਾਨਾਂ ਦੇ ਸਿਰ ਤੇ? ਦੇਖੋ, ਜਿੱਥੋਂ ਤੱਕ ਕਾਂਗਰਸ ਹਰਿਆਣੇ ਦਾ ਸੰਬੰਧ ਹੈ, ਮੈਨੂੰ ਨਹੀਂ ਲੱਗਦਾ ਕਿ ਜਿਹੜਾ ਹਰਿਆਣੇ ਦਾ ਜਿਹੜਾ ਕਿਸਾਨ ਹੈ ਉਹ ਬੀਜੇਪੀ ਜਾਂ ਜੇਜੇਪੀ ਨਾਲੋਂ ਟੁੱਟ ਕੇ
ਕਾਂਗਰਸ ਵੱਲ ਜਾਏਗਾ। ਇਹ ਕਾਂਗਰਸ ਨੂੰ ਸ਼ਾਇਦ ਗਲਤਫਹਿਮੀ ਹੋਵੇ, ਇਸੇ ਕਰਕੇ ਉਹ ਬਾਰ-ਬਾਰ ਕੋਸ਼ਿਸ਼ ਕਰ ਰਹੀ ਹੈ। ਜਿਹੜਾ ਹਰਿਆਣੇ ਦਾ ਔਰ ਈਵਨ ਪੰਜਾਬ ਦਾ ਕਿਸਾਨ ਵੀ ਆਪਾਂ ਦੇਖ ਰਹੇ ਹਾਂ, ਈਵਨ ਆਪਾਂ ਯੂਪੀ ਦਾ ਕਿਸਾਨ ਵੀ ਦੇਖੀਏ, ਜੇ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਕਿਸਾਨ ਅੰਦੋਲਨ ਸਾਡੇ ਵੱਲ ਸ਼ਿਫਟ ਹੋ ਜਾਏਗਾ, ਇਹ ਉਹਨਾਂ ਦੀ ਗਲਤਫਹਿਮੀ ਹੈ। ਇਸ ਵੇਲੇ ਜਿਹੜਾ ਕਿਸਾਨੀ ਅੰਦੋਲਨ ਹੈ ਉਹਦੇ ਵਿੱਚ ਕਿਸਾਨ ਜਿਹੜਾ ਪਾਰਟ ਲੈ ਰਿਹਾ ਹੈ, ਉਹ ਜਿਹੜੀਆਂ ਸਿਆਸੀ ਧਿਰਾਂ ਨੂੰ, ਚਾਹੇ ਕਾਂਗਰਸ ਹੋਵੇ, ਚਾਹੇ ਜੇਜੇਪੀ ਹੋਵੇ, ਚਾਹੇ ਇੱਥੋਂ ਪੰਜਾਬ ਦਾ ਅਕਾਲੀ ਦਲ ਹੋਵੇ ਜਾਂ ਬੀਜੇਪੀ ਹੋਵੇ, ਉਹ ਸਾਰਿਆਂ ਨੂੰ ਇਗਨੋਰ ਕਰ ਰਿਹਾ ਹੈ। ਉਹ ਸਾਰਿਆਂ ਨੂੰ ਚੁਣੌਤੀ ਦੇ ਰਿਹਾ ਕਿ ਸਾਨੂੰ ਇਦਾਂ ਦੀ ਲੀਡਰਸ਼ਿਪ ਨਹੀਂ ਚਾਹੀਦੀ। ਸੋ ਇਸ ਕਰਕੇ ਆਪਾਂ ਜਦ ਤੱਕ ਅੱਜ ਦਾ ਜਿਹੜਾ ਕੱਲ ਦਾ ਇਹ ਜਿਹੜਾ ਕੱਲ ਘਟਨਾਕ੍ਰਮ ਹੋਇਆ ਉਹਦੇ ਵਿੱਚ ਤੁਸੀਂ ਇਹੀ ਦੇਖੋਗੇ ਕਿ ਲਗਾਤਾਰ ਕਾਂਗਰਸ ਬੇਸ਼ੱਕ ਆਪਣੇ ਆਪ ਨੂੰ ਹੀਰੋ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਗੱਲ ਖੱਟਰ ਸਾਹਿਬ ਦੀ ਬਿਲਕੁਲ ਠੀਕ ਹੈ ਕਿ ਉਹ ਕੋਸ਼ਿਸ਼, ਉਹਨਾਂ ਨੇ ਕਿਹਾ ਵੀ ਕਾਂਗਰਸ ਸੱਤਾ 'ਚ ਆ ਜਾਏਗੀ। ਸੱਤਾ 'ਚ ਕਾਂਗਰਸ ਨਹੀਂ ਆਏਗੀ, ਸੱਤਾ 'ਚ ਇੱਕ ਲੋਕ ਜਿਹੜੇ ਨੇ ਇਸ ਵੇਲੇ ਚੇਤਨ ਹੋ ਚੁੱਕੇ ਨੇ। ਕਿਸਾਨ ਜਿਹੜਾ ਹੈਗਾ, ਖਾਸ ਤੌਰ ਤੇ ਹਰਿਆਣੇ ਦਾ ਕਿਸਾਨ, ਉਹ ਨਾ ਕਾਂਗਰਸ ਨੂੰ ਚਾਹ ਰਿਹਾ, ਨਾ ਬੀਜੇਪੀ ਨੂੰ ਚਾਹ ਰਿਹਾ, ਨਾ ਜੇਜੇਪੀ ਨੂੰ ਚਾਹ ਰਿਹਾ, ਔਰ ਉਹ ਕਿਸਾਨਾਂ ਦਾ ਜਿਹੜਾ ਹੈਗਾ ਹਮਾਇਤੀ ਹੈ, ਨਾ ਕਿ ਇਹਨਾਂ ਵੱਖ-ਵੱਖ ਧਿਰਾਂ ਦਾ। ਇਸੇ ਤਰ੍ਹਾਂ ਪੰਜਾਬ ਦਾ, ਅੱਜ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦਾ ਕਿਸਾਨ ਵੀ ਜਿਹੜਾ ਹੈ ਬੀਜੇਪੀ ਨੂੰ ਨਫ਼ਰਤ ਕਰਦਾ ਹੀ ਕਰਦਾ ਹੈ। ਪਰ ਬੀਜੇਪੀ ਨੂੰ ਨਫ਼ਰਤ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਾਂਗਰਸ ਨੂੰ ਪਿਆਰ ਕਰਦਾ ਹੈ ਜਾਂ ਅਕਾਲੀ ਦਲ ਨੂੰ ਪਿਆਰ ਕਰਦਾ ਹੈ ਜਾਂ ਕਿਸੇ ਹੋਰ ਪਾਰਟੀ ਨੂੰ ਪਿਆਰ ਕਰਦਾ ਹੈ। ਉਹਦਾ ਮਤਲਬ ਇਹੀ ਹੈ ਕਿ ਇਹ ਜਿਹੜਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਇਸ ਵੇਲੇ ਕਿਸਾਨ ਹੈ, ਉਹਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਪਿਛਲੇ 70-75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਉਹ ਕਿਸਾਨ ਦਾ ਜਿਹੜਾ ਕੋਈ ਫਾਇਦਾ ਜੇ ਕੋਈ ਕਰ ਸਕਦਾ ਹੈ, ਕਿਸਾਨ ਹੀ ਕਰ ਸਕਦਾ ਹੈ। ਕਿਸਾਨ ਜੇ ਅੱਗੇ ਆਉਣਗੇ, ਕਿਸਾਨਾਂ ਦੀ ਲੀਡਰਸ਼ਿਪ ਅੱਗੇ ਆਏਗੀ, ਤਾਂ ਹੀ ਉਹਨਾਂ ਦਾ ਭਲਾ ਹੋਏਗਾ। ਜਿਹੜੀਆਂ ਇਹ ਸਿਆਸੀ ਪਾਰਟੀਆਂ ਨੇ ਵੱਖ-ਵੱਖ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਜੇ ਇੱਕ ਦੀ ਥਾਂ ਤੇ ਦੂਜੀ ਪਾਰਟੀ ਆਉਂਦੀ ਹੈ ਤਾਂ ਉਹਦੇ ਨਾਲ ਕਿਸਾਨ ਦਾ ਭਲਾ ਹੋਣ ਵਾਲਾ ਨਹੀਂ ਹੈ। ਇਸ ਕਰਕੇ ਜਿਹੜਾ ਹਿੰਦੁਸਤਾਨ ਦਾ ਕਿਸਾਨ ਹੈ, ਉਹ ਇੱਕ ਨਵੀਂ ਸਿਆਸੀ ਬਦਲ ਵੱਲ ਵੱਧ ਰਿਹਾ ਹੈ। ਜੀ ਡਾਕਟਰ ਸਾਹਿਬ, ਜਿਸ ਢੰਗ ਦੇ ਨਾਲ ਕਿਸਾਨਾਂ ਲਈ ਚੁਣੌਤੀਆਂ ਆਪਾਂ ਦੇਖੀਏ ਕਿ ਹੋਰ ਅੱਗੇ ਵੱਧਦੀਆਂ ਜਾ ਰਹੀਆਂ ਨੇ, ਜੇ ਸਰਕਾਰ ਦੀ ਉਹਨਾਂ ਦੀ ਮਨਸ਼ਾ ਸੀ ਕਿ ਸ਼ਾਇਦ ਸਰਕਾਰ ਡੇਕ ਕੇ ਉਹ ਇੱਕ ਪ੍ਰੈਸ਼ਰ ਬਣਾਉਣ, ਪਰ ਪ੍ਰੈਸ਼ਰ ਤਾਂ ਹੈ, ਅੰਦਰੂਨੀ ਹੈ। ਉਹ ਤਾਂ ਇੱਕ ਜਿਵੇਂ ਕਹਿ ਲਓ ਕਿ ਉਹਨਾਂ ਨੇ ਇੱਕ ਦਬਾਅ ਦੇ ਵਿੱਚ ਜਿਹੜੇ ਜੇਜੇਪੀ ਦੇ ਨੇ ਉਹਨਾਂ ਨੂੰ ਕਰਨਾ ਪਿਆ, ਜਿਸ ਢੰਗ ਦੇ ਨਾਲ ਉਹਨਾਂ ਨੂੰ ਉਹ ਕਹਿ ਹੀ ਰਹੇ ਸੀ ਕਿ ਸਾਨੂੰ ਕਰਨਾ ਹੀ ਪੈਣਾ, ਵਿਪ ਜਾਰੀ ਹੋ ਗਿਆ ਜਦੋਂ। ਤਾਂ ਦੂਜੇ ਪਾਸੇ ਕਿਸਾਨਾਂ ਲਈ ਚੁਣੌਤੀਆਂ, ਕਿਸਾਨ ਲੀਡਰਾਂ ਲਈ ਕਿੱਦਾਂ ਦੀਆਂ ਦੇਖਦੇ ਹੋ ਕਿ ਨਿੱਤ ਨਵੀਂ ਕੋਈ ਨਾ ਕੋਈ ਖਬਰ ਇਹੋ ਜਿਹੀ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਆ ਕੇ ਇਹੋ ਜਿਹਾ ਬਿਆਨ ਦੇ ਦਿੰਦਾ ਜਿਹਦੇ ਨਾਲ ਪੂਰੀ ਕਿਸਾਨ ਲੀਡਰਸ਼ਿਪ ਜਾਂ ਪੂਰੀ ਮੁਹਿੰਮ ਨੂੰ ਜਿਹੜਾ ਉਹਦਾ ਖਾਮਿਆਜ਼ਾ ਭੁਗਤਣਾ ਪੈਂਦਾ, ਫਿਰ ਉੱਤੇ ਸਫਾਈਆਂ ਦੇਣੀਆਂ ਪੈਂਦੀਆਂ, ਜਦ ਕਿ ਤਿਆਰੀ ਤਾਂ ਇਹ ਹੋਣੀ ਚਾਹੀਦੀ ਹੈ ਕਿ ਸਰਕਾਰ ਨੂੰ ਅੱਗੇ ਕਿਸ ਢੰਗ ਦੇ ਨਾਲ ਟੱਕਰਨਾ, ਕਿਸ ਢੰਗ ਦੇ ਨਾਲ ਜਵਾਬ ਦੇਣਾ, ਕਿਵੇਂ ਟੇਬਲ ਟਾਕ ਤੇ ਫੇਰ ਲੈ ਕੇ ਆਉਣਾ ਉਸ ਨੂੰ। ਦੇਖੋ, ਜਿੱਥੋਂ ਤੱਕ ਕਿਸਾਨ ਜਥੇਬੰਦੀਆਂ ਦਾ ਸੰਬੰਧ ਹੈ ਜਾਂ ਕਿਸਾਨ ਲੀਡਰਸ਼ਿਪ ਦਾ ਸੰਬੰਧ ਹੈ, ਆਪਾਂ ਨੂੰ ਪਤਾ ਹੈ ਕਿ ਜਦੋਂ ਅਸੀਂ ਪੂਰੀ ਦੁਨੀਆ ਦੇ ਕਿਸਾਨ ਅੰਦੋਲਨਾਂ ਦਾ ਵਿਸ਼ਲੇਸ਼ਣ ਕਰਾਂਗੇ ਤਾਂ ਤੁਸੀਂ ਦੇਖੋਗੇ ਕਿ ਜਿਹੜੇ ਵੀ ਅੰਦੋਲਨ 100 ਦਿਨ ਤੋਂ ਵੱਧ ਟੱਪੇ ਨੇ, ਤਾਂ ਉਹ ਇੱਕ ਵੱਡਾ ਜਿਹੜਾ ਹੈਗਾ ਸੰਘਰਸ਼ਾਂ ਦੇ ਵਿੱਚੋਂ ਗੁਜ਼ਰ ਕੇ ਉਹ ਵੱਡੀ ਜਿੱਤ ਉਹਨਾਂ ਨੇ ਹਾਸਲ ਕੀਤੀ ਹੈ। ਕੋਈ ਵੀ, ਚਾਹੇ ਚਾਈਨਾ ਦਾ ਦੇਖ ਲਓ, ਚਾਹੇ ਰੂਸ ਦਾ ਦੇਖ ਲਓ, ਚਾਹੇ ਹੋਰ ਵੱਖ-ਵੱਖ ਕੰਟਰੀ ਮੁਲਕਾਂ ਦਾ ਤੁਸੀਂ ਕਿਸਾਨ ਅੰਦੋਲਨ ਦੇਖੋਗੇ, ਤਾਂ ਇਹਨਾਂ ਮੁਲਕਾਂ ਦੇ ਜਿਹੜੇ ਸੰਘਰਸ਼ਾਂ ਨੇ, ਕਿਸਾਨ ਸੰਘਰਸ਼ਾਂ ਨੇ, ਜਦੋਂ ਉਹ 100 ਦਿਨਾਂ ਤੋਂ ਪਾਰ ਲੰਘਦੇ ਹੈ ਤਾਂ ਇੱਕ ਖਤਰੇ ਦੀ ਘੰਟੀ ਵੀ ਉਹ ਪਾਰ ਕਰਦੇ ਹੈ। ਕਿਉਂਕਿ 100 ਦਿਨਾਂ ਤੋਂ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਖਤਰੇ ਦੇ ਜਿਹੜੇ ਨੇ ਚਾਂਸਿਸ, ਕਾਰਨ ਜਿਹੜੇ ਨੇ ਹੋ ਸਕਦੇ ਨੇ। ਬਟ ਜਦੋਂ ਅਸੀਂ ਇਹ ਅੰਦੋਲਨ ਦੇਖਦੇ ਹਾਂ, ਕਿਉਂਕਿ ਹੁਣ 100 ਦਿਨਾਂ ਤੋਂ ਟੱਪ ਚੁੱਕਿਆ ਹੈ, ਇਸ ਕਰਕੇ ਉਹ ਜਿਹੜੀਆਂ ਤੁਸੀਂ ਜ਼ਿਕਰ ਕਰ ਰਹੇ ਹੋ, ਤੁਸੀਂ ਇੱਕ ਸ਼ੰਕਾ ਜ਼ਾਹਿਰ ਕਰ ਰਹੇ ਹੋ ਕਿ ਉਹ ਖਤਰਾ ਬਿਲਕੁਲ ਮੰਡਰਾਉਂਦਾ ਹੁੰਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਅੱਗੇ ਕੋਈ ਖਤਰਾ ਨਹੀਂ ਹੋਏਗਾ, ਕਿਸਾਨ ਜਿਹੜੇ ਨੇ ਉਹਨਾਂ ਨੂੰ ਕੋਈ ਪ੍ਰੈਸ਼ਰ ਨਹੀਂ ਹੋਏਗਾ, ਕਿਸਾਨਾਂ ਦੇ ਉੱਤੇ ਜਾਂ ਇਸ ਸੰਘਰਸ਼ ਦੇ ਉੱਤੇ ਪ੍ਰੈਸ਼ਰ ਹੋਏਗਾ, ਬਾਅਦ ਦੇ ਵਿੱਚ ਵੀ ਹੋਏਗਾ। ਪਰ ਜਿਹੜਾ ਇੱਕ ਵੱਡੇ ਖਤਰੇ ਦੀ ਘਟਨਾ ਜਿਹੜੀ ਜਾਂ ਗੱਲ ਸੀਗੀ, ਖਾਸ ਤੌਰ ਤੇ 26 ਜਨਵਰੀ ਦੀ ਘਟਨਾ ਵਾਲੀ, ਉਸ ਕਿਸਮ ਦਾ ਜਿਹੜਾ ਹੈਗਾ ਖਤਰਾ, ਉਹਦੇ ਵਿੱਚੋਂ ਇਹ ਅੰਦੋਲਨ ਹੁਣ ਨਿਕਲ ਚੁੱਕਿਆ। ਹੁਣ ਇਹਦੇ ਵਿੱਚ ਪ੍ਰਾਪਤੀਆਂ ਹੀ ਪ੍ਰਾਪਤੀਆਂ ਦੀਆਂ ਸੰਭਾਵਨਾਵਾਂ ਨੇ। ਹੁਣ ਇਹਨੂੰ ਨੁਕਸਾਨ ਹੋਣ ਦਾ ਸਗੋਂ ਘੱਟ ਖਤਰਾ ਹੈ, ਪ੍ਰਾਪਤੀਆਂ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਵੱਧ ਰਹੀਆਂ ਨੇ। ਔਰ ਜਿਉਂ-ਜਿਉਂ ਇਹ ਸੰਘਰਸ਼ ਅੱਗੇ ਜਾਏਗਾ, ਇਹ ਬੀਜੇਪੀ ਲਈ ਇੱਕ ਖਤਰਾ ਹੋਏਗਾ ਵੱਡਾ। ਔਰ ਬੀਜੇਪੀ, ਜਿਵੇਂ ਹੁਣ ਤੁਸੀਂ ਆਪਾਂ ਦੇਖਿਆ ਹੈ ਕਿ ਹਰਿਆਣੇ ਦੇ ਵਿੱਚ ਇੱਕ ਖਤਰਾ ਉਹਨਾਂ ਨੇ ਇੱਕ ਪੈਦਾ ਤਾਂ ਕਰਤਾ ਨਾ। ਇੱਕ ਕਿਸਾਨ ਅੰਦੋਲਨ ਨੇ
ਇਹ ਗੱਲ ਪੈਦਾ ਤਾਂ ਕੀਤੀ ਆ ਕਿ ਭਾਈ ਇਹ ਅਸੀਂ ਦੇਖ ਸਕਦੇ ਹਾਂ। ਚੜੂਨੀ ਜੀ ਦੇ ਜਿਹੜੇ ਬਿਆਨ ਆਏ ਨੇ ਉਹਨਾਂ ਦਾ ਇਹੀ ਸਾਨੂੰ ਜਿਹੜੀ ਹੈਗੀ ਆ ਸਮਝਣ ਦੀ ਗੱਲ ਮਿਲਦੀ ਹੈ ਕਿ ਇੱਕ ਲਗਾਤਾਰ ਕਿਸਾਨਾਂ ਦਾ ਪ੍ਰੈਸ਼ਰ ਹਰਿਆਣੇ ਦੀ ਸਰਕਾਰ ਦੇ ਉੱਤੇ ਬਣਿਆ ਹੋਇਆ ਹੈ ਔਰ ਇਹ ਅੱਗੇ ਵੀ ਵਧੇਗਾ, ਲਗਾਤਾਰ ਚੱਲਦਾ ਰਹੇਗਾ। ਸੋ ਇਹੀ ਗੱਲ ਯੂਪੀ ਦੇ ਵਿੱਚ, ਕਿਉਂਕਿ ਬਿਲਕੁਲ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਯੂਪੀ ਦੀਆਂ ਚੋਣਾਂ ਦੇ ਵਿੱਚ, ਇਹੀ ਗੱਲ ਜੇ ਆਪਾਂ ਉੱਤਰਾਖੰਡ ਦੀ ਜੇ ਆ ਗੱਲ ਕਰੀਏ ਤਾਂ ਇਹਦੇ ਆਪਾਂ ਨੂੰ ਪਤਾ ਹੈ ਕਿ ਸਿੱਧੇ ਜਾਂ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਉੱਤਰਾਖੰਡ ਦਾ ਵੀ ਜਿਹੜਾ ਕਿਸਾਨ ਹੈ ਉਹ ਵੀ ਬਹੁਤ ਸਰਗਰਮ ਹੈ ਇਸ ਸੰਘਰਸ਼ ਦੇ ਵਿੱਚ। ਸੋ ਉੱਥੇ ਵੀ ਇੱਕ ਬੀਜੇਪੀ ਲਈ, ਔਰ ਆਪਾਂ ਨੂੰ ਪਤਾ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇਣਾ ਪਿਆ ਹੈ। ਸੋ ਉਹ ਵੀ ਗੱਲਾਂ ਜਿਹੜੀਆਂ ਨੇ ਨਾਲ ਨਾਲ ਚੱਲ ਰਹੀਆਂ ਨੇ। ਮੇਰਾ ਕਹਿਣ ਦਾ ਮਤਲਬ ਹੈ ਕਿ ਕਿਸਾਨ ਅੰਦੋਲਨ ਆਪਣੀਆਂ ਪ੍ਰਾਪਤੀਆਂ ਦੇ ਲਈ ਲਗਾਤਾਰ ਵਧ ਰਿਹਾ ਹੈ ਔਰ ਸਿਆਸੀ ਪਾਰਟੀਆਂ ਨੂੰ ਜਿਹੜੀਆਂ ਹੁਣ ਤੱਕ ਦੀਆਂ, ਜਿਹਦੇ ਵਿੱਚ ਬੀਜੇਪੀ ਖਾਸ ਤੌਰ ਤੇ, ਜੇਜੇਪੀ, ਅਕਾਲੀ ਦਲ, ਆਪਾਂ ਨੂੰ ਪਤਾ ਹੈ ਈਵਨ ਕਾਂਗਰਸ ਜਿਹੜੀ ਹੈਗੀ ਆ, ਉਹਨਾਂ ਲਈ ਖਤਰੇ ਦੀ ਘੰਟੀ ਜਿਹੜਾ ਹੈਗਾ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਹੋਂਦ ਵਿੱਚ ਆ ਰਹੀ ਹੈ। ਸੋ ਇਹ ਜਿਹੜਾ ਅੰਦੋਲਨ ਹੈ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਅਗਲੀਆਂ ਸਟੇਟਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ, ਵੱਖ-ਵੱਖ ਇੱਥੋਂ ਤੱਕ ਕਿ ਸੈਂਟਰ ਦੀ ਜਿਹੜੀ ਬੀਜੇਪੀ ਗਵਰਨਮੈਂਟ ਹੈ ਉਹਦੇ ਲਈ ਵੀ ਇਹ ਖਤਰੇ ਦੀ ਘੰਟੀ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ, ਲਾਜ਼ਮੀ ਤੌਰ ਤੇ ਹੋਏਗਾ। ਕਿਉਂਕਿ ਸਬਰ ਜਿਹੜਾ ਹੈ ਹੁੰਦਾ ਹੈ, ਸਬਰ ਸੰਤੋਖ, ਕਿਉਂਕਿ ਲਗਾਤਾਰ ਜਿਹੜਾ ਹੈਗਾ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਇਹ ਜਿਹੜਾ ਸੰਘਰਸ਼ ਹੈਗਾ 3 ਜਾਂ 3.5 ਜਿਹੜੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਲੜਿਆ ਜਾ ਰਿਹਾ ਔਰ ਜਿੰਨੀ ਦੇਰ ਇਹ ਕਾਨੂੰਨ ਰੱਦ ਨਹੀਂ ਹੋਣਗੇ ਇਹ ਲਾਜ਼ਮੀ ਤੌਰ ਤੇ ਇਹ ਸੰਘਰਸ਼ ਹੋਰ ਵਧੇਗਾ। ਔਰ ਜਿਵੇਂ ਹੋਰ ਵੀ ਦੱਸਣਾ ਚਾਹਣਾ ਕਿ ਇੱਕ ਵੱਡੀ ਗੱਲ ਜਿਹੜੀ ਹੈਗੀ ਕਿਸਾਨ ਅੰਦੋਲਨ ਦੀ ਇਹ ਹੋਈ ਹੈ ਕਿ ਇੰਗਲੈਂਡ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਇਸ ਅੰਦੋਲਨ ਬਾਰੇ ਬਹੁਤ ਚਿੰਤਾ ਜ਼ਾਹਿਰ ਕੀਤੀ ਗਈ ਹੈ। ਉਹ ਆਪਣੇ ਆਪ 'ਚ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਬਿਲਕੁਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਚਰਚਾ ਹੋਈ। ਡਾਕਟਰ ਸਾਹਿਬ, ਜਦੋਂ ਅਸੀਂ ਖੱਟਰ ਸਾਹਿਬ ਨੂੰ ਸੁਣਦੇ ਹਰਿਆਣਾ ਵਿਧਾਨ ਸਭਾ ਦੇ ਵਿੱਚ ਤਾਂ ਉਹ ਕਹਿੰਦੇ ਨੇ ਕਿ ਸਰਕਾਰੀ ਮੰਡੀਆਂ ਕਿੰਨੇ ਕਿਹਾ ਖਤਮ ਹੋ ਰਹੀਆਂ ਨੇ, ਸਰਕਾਰੀ ਮੰਡੀਆਂ 'ਚ ਖਰੀਦ ਉਦਾਂ ਹੀ ਜਾਰੀ ਰਹੇਗੀ। MSP ਉਹ ਕਹਿੰਦੇ ਕਿ ਕੌਣ ਕਹਿੰਦਾ ਕਿ ਖਤਮ ਹੋ ਰਹੀ ਹੈ। MSP ਦੇ ਉੱਤੇ ਉਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਜਿਹੜਾ ਮਤਲਬ ਕਿ MSP ਉਹ ਮਿਲਦੀ ਰਹੇਗੀ, ਘੱਟੋ ਘੱਟ ਸਮਰਥਨ ਮੁੱਲ। ਇਹਨੂੰ ਦੋਨਾਂ ਨੂੰ ਕਿੱਦਾਂ ਦੇਖਦੇ ਹੋ ਕਿ ਇਸ ਨੂੰ ਲੈ ਕੇ ਉਹ ਕਹਿੰਦੇ ਵੀ ਕਿਸਾਨਾਂ ਨੂੰ ਸਿਰਫ ਤੇ ਸਿਰਫ ਭਰਮਾਇਆ ਜਾ ਰਿਹਾ, ਨਾ ਮੰਡੀਆਂ ਜਾਣਗੀਆਂ, ਨਾ ਜ਼ਮੀਨ ਜਾਏਗੀ, ਨਾ MSP ਜਾਏਗੀ, ਸਭ ਕੁਝ ਉੱਥੇ ਦਾ ਉੱਥੇ ਹੈ। ਸਿਰਫ ਅਸੀਂ ਜਿਹੜਾ ਢੰਗ ਤਰੀਕਾ ਖੇਤੀ ਕਾਨੂੰਨਾਂ ਦੇ ਵਿੱਚ ਲਿਆਉਂਦਾ ਅਸੀਂ ਚਾਹੁੰਦੇ ਕਿ ਉਹ ਇੰਪਲੀਮੈਂਟ ਹੋਵੇ। ਦੇਖੋ, ਇਹੀ ਕਿਸਾਨ ਇਹੀ ਗੱਲ ਕਹਿ ਰਹੇ ਨੇ ਕਿ ਜੇ ਤੁਸੀਂ ਇਹ ਕਾਨੂੰਨ ਇੰਪਲੀਮੈਂਟ ਕਰੋਗੇ, ਜੇ ਇਹ ਮਾਡਲ ਨੂੰ ਲਾਗੂ ਕਰੋਗੇ ਤਾਂ ਉਹਦੇ ਸਿੱਟੇ ਲਾਜ਼ਮੀ ਤੌਰ ਤੇ ਕਿਸਾਨਾਂ ਦੀ ਜਿਹੜੀ ਹੈਗੀ ਆ ਬੇਜ਼ਮੀਨਗੀ ਦੇ ਵਿੱਚ ਨਿਕਲਣਗੇ, ਕਿਸਾਨਾਂ ਦੀ MSP ਜਿਹੜੀ ਹੈਗੀ ਖਤਮ ਹੋਣ ਦੇ ਵਿੱਚ ਨਿਕਲਣਗੇ, ਕਿਸਾਨਾਂ ਨੂੰ ਮਜ਼ਦੂਰ ਬਣਾਉਣ ਦੇ ਵਿੱਚ ਨਿਕਲਣਗੇ। ਸੋ ਇਹ ਨਤੀਜਾ ਨਿਕਲਦਾ ਹੁੰਦਾ। ਇਹ ਨਹੀਂ ਕਿ ਕੋਈ ਮੈਂ ਕਹਿ ਰਿਹਾ ਵੀ ਜਾਂ ਜਿਹੜੀ ਬੀਜੇਪੀ ਬਾਰ-ਬਾਰ ਕਹਿ ਰਹੀ ਹੈ ਕਿ ਇਹ ਤਾਂ ਸੰਭਵ ਹੀ ਨਹੀਂ ਹੈ। ਸੰਭਵ ਇਹ ਨਹੀਂ ਹੁੰਦਾ ਕਿ ਇੱਕ ਵਾਰੀ ਤੁਸੀਂ ਇਹਨੂੰ ਲਾਗੂ ਕਰਤਾ ਕਿ ਅਗਲੇ ਦਿਨ ਨਤੀਜੇ ਵੀ ਨਿਕਲ ਜਾਣਗੇ। ਉਹ ਕਿਸਾਨ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਇਹਨਾਂ ਨੂੰ ਅੱਜ ਲਾਗੂ ਕਰਦੇ ਹੋ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਦੇ ਜਿਹੜੀਆਂ ਨੇ ਹੋਣ ਦੀਆਂ ਸੰਭਾਵਨਾਵਾਂ ਪਈਆਂ ਨੇ। ਲਾਜ਼ਮੀ ਤੌਰ ਤੇ ਜਦੋਂ ਤੁਸੀਂ ਕੋਈ ਮੀਟਰ ਲਾਓਗੇ, ਕਿਸੇ ਦੇ ਕੋਈ ਫਾਰਮੂਲਾ ਲਾਓਗੇ ਤਾਂ ਉਹਦਾ ਉਸ ਫਾਰਮੂਲੇ ਦੇ ਮੁਤਾਬਕ ਉਹਦਾ ਰਿਜ਼ਲਟ ਵੀ ਨਿਕਲੇਗਾ ਹੀ ਨਿਕਲੇਗਾ। ਸੋ ਜੇ ਤੁਸੀਂ ਇੱਕ ਫਾਰਮੂਲਾ ਨਵਾਂ ਦੇ ਰਹੇ ਹੋ ਤਾਂ ਲਾਜ਼ਮੀ ਤੌਰ ਤੇ ਉਹਦੇ ਸਿੱਟੇ ਨਿਕਲਣੇ ਜੋ ਕਿਸਾਨ ਕਹਿ ਰਹੇ ਨੇ ਉਹ ਨਿਕਲਣਗੇ। ਔਰ ਤੁਸੀਂ ਇਹ ਵੀ ਦੇਖੋ ਨਾ, ਬੀਜੇਪੀ ਇਹ ਵੀ ਇੱਕ ਪਾਸੇ ਕਹਿ ਰਹੀ ਹੈ ਕਿ ਅਸੀਂ ਇਹਨਾਂ 'ਚ ਸੌਦਾ ਕਰਨ ਲਈ ਤਿਆਰ ਹਾਂ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹ ਕਹਿ ਰਹੀ ਹੈ ਕਿ ਖਤਮ ਨਹੀਂ ਹੋਣੇ, ਸਾਰਾ MSP ਉੱਦਾਂ ਹੀ ਰਹੇਗੀ, ਸਾਰਾ ਕੁਝ ਜ਼ਮੀਨ ਵੀ ਉਹਨਾਂ ਦੀ ਉੱਦਾਂ ਰਹੀ। ਜੇ ਇਹ ਚੀਜ਼ ਉਹ ਮੰਨ ਰਹੀ ਹੈ ਫਿਰ ਉਹ ਸੌਦਾ ਲਈ ਕਿਉਂ ਮੰਨ ਰਹੀ ਹੈ? ਸੋ ਇਹ ਜਿਹੜਾ ਹੈਗਾ ਬੀਜੇਪੀ ਦਾ ਜਿਹੜਾ ਦੋ ਪਾਸੜ ਰਵੱਈਆ ਹੈ ਇਹ ਸਮਝ ਤੋਂ ਬਾਹਰ ਹੈ, ਕਿਉਂਕਿ ਉਹਨਾਂ ਨੂੰ ਇਸ ਵੇਲੇ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਔਰ ਪ੍ਰੈਸ਼ਰ ਹੋਣ ਕਰਕੇ ਵੱਖ-ਵੱਖ ਸਟੇਟਾਂ ਦੇ ਵਿੱਚ ਜਿੰਨਾ ਇਹ ਜ਼ਿਆਦਾ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਉਹਨਾਂ ਪ੍ਰੈਸ਼ਰ ਜਿਹੜਾ ਹੈਗਾ ਸਟੇਟਾਂ ਦੇ ਵਿੱਚ ਵੀ ਵੱਧ ਰਿਹਾ ਹੈ ਔਰ ਸੈਂਟਰ ਦੇ ਵਿੱਚ ਵੀ ਲਗਾਤਾਰ ਵੱਧ ਰਿਹਾ ਹੈ। ਔਰ ਇਹ ਬੀਜੇਪੀ ਲਈ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਖਤਰੇ ਦੀ ਘੰਟੀ ਹੋ ਸਕਦਾ ਹੈ। ਜੀ ਸ਼ੁਕਰੀਆ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਕਿ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ। ਜਿਸ ਢੰਗ ਦੇ ਨਾਲ ਅੰਦੋਲਨ ਦਾ ਇੱਕ ਹੋਰ ਰੰਗ ਜੇ ਆਪਾਂ ਦੇਖ ਲਈਏ ਕਿ ਸਿਆਸਤ ਦੇ ਨਾਲ ਕਿਸਾਨਾਂ ਤੇ ਨੌਜਵਾਨਾਂ ਦਾ ਵੀ ਇੱਕ ਮਸਲਾ ਖੜਾ ਕੀਤਾ ਜਾ ਰਿਹਾ, ਇਹਨੂੰ ਸਾਰੇ ਨੂੰ ਦਰਕਿਨਾਰ ਕਰਕੇ ਨਿਰੋਲ ਜਿਹੜਾ ਉਹ ਕਿਸਾਨੀ ਮਸਲੇ ਦੇ ਉੱਤੇ, ਜਿਵੇਂ ਖੇਤੀ ਕਾਨੂੰਨ ਪਹਿਲੇ ਦਿਨ ਤੋਂ ਸ਼ੁਰੂ ਹੋਇਆ, ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਅੰਦੋਲਨ ਸ਼ੁਰੂ ਹੋਇਆ ਤੇ ਉਸੇ ਨੂੰ ਇੱਕ ਮਤਲਬ ਕਿ ਨਿਸ਼ਾਨਾ ਬਣਾ ਕੇ ਚੱਲਣਾ ਚਾਹੀਦਾ, ਨਾ ਕਿ ਇਹ ਕਿ ਇੱਧਰ ਉੱਧਰ ਦਾ ਵਿਵਾਦ ਪੈਦਾ ਕਰਕੇ ਅੰਦੋਲਨ ਨੂੰ ਕੋਈ ਸੱਟ ਮਾਰਨ ਦੀ ਕੋਸ਼ਿਸ਼ ਹੋਵੇ। ਇਸ ਸਭ ਦੇ ਉੱਤੇ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿ ਬੀਜੇਪੀ ਦੀ ਸਰਕਾਰ ਜਿਹੜੇ ਭਰੋਸੇ ਦੇ ਰਹੀ ਹੈ, ਮੋਦੀ ਸਾਹਿਬ ਜਿਹੜੇ ਭਰੋਸੇ ਦੇ ਰਹੇ ਨੇ, ਖੱਟਰ ਸਾਹਿਬ ਈਵਨ ਤੱਕ ਕਿ ਨਿਚਲੇ ਲੈਵਲ ਤੇ ਵੀ ਜਿਹੜੇ ਬੀਜੇਪੀ ਦੇ ਵਰਕਰ ਬੈਠੇ ਨੇ ਉਹ ਵੀ ਭਰੋਸਾ ਦਿੰਦੇ ਨੇ ਕਿ ਮੋਦੀ ਸਾਹਿਬ ਕਿਸਾਨਾਂ ਦੇ ਖਿਲਾਫ ਨਹੀਂ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਮੈਨੂੰ ਇਜਾਜ਼ਤ ਦਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।